ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਡਾਕਟਰ ਦਰਸ਼ਨਜੋਤ ਕੌਰ ਮੋਹਾਲੀ ਤੋਂ। ਜਿਵੇਂ ਕਿ ਆਪ ਨੂੰ ਪਤਾ ਹੈ ਕਿ ਸਮੇਂ-ਸਮੇਂ ਮੈਂ ਆਪ ਸਭ ਨੂੰ ਸਿਹਤ ਸੰਬੰਧੀ ਕੁਝ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਅਤੇ ਅੱਜ ਜੋ ਟੌਪਿਕ ਮੈਂ ਚੁਣਿਆ ਹੈ ਉਹ ਆਮ ਹੀ ਡੇ ਟੂ ਡੇ ਰੂਟੀਨ ਦੇ ਵਿੱਚ ਹੀ ਪੇਸ਼ੈਂਟਸ ਦੇ ਵਿੱਚ ਕਈ ਤਰ੍ਹਾਂ ਦੇ ਡਾਊਟਸ ਪਾਏ ਜਾਂਦੇ ਹਨ ਇਸ ਅਵਸਥਾ ਸੰਬੰਧੀ। ਉਹ ਹੈ ਅਵਸਥਾ ਅਡੋਲਿਸੈਂਸ, ਔਰ ਇਸ ਨੂੰ ਇਹ ਵੀ ਕਹਿ ਸਕਦੇ ਹਾਂ ਕਿਸ਼ੋਰ ਅਵਸਥਾ ਬੱਚੀਆਂ ਦੀ। ਬੱਚੀਆਂ ਵਿੱਚ ਅਡੋਲਿਸੈਂਸ ਜਾਂ ਕਿਸ਼ੋਰ ਅਵਸਥਾ ਵਿੱਚ ਅਸੀਂ ਕਿਸ ਤਰ੍ਹਾਂ ਦੇਖਭਾਲ ਕਰਨੀ ਹੈ, ਕੀ ਉਹਨਾਂ ਨੂੰ ਗਾਈਡੈਂਸ ਦੇਣੀ ਹੈ, ਇਸ ਦੇ ਬਾਰੇ ਮੈਂ ਥੋੜ੍ਹੇ ਜਿਹੇ ਵਿਚਾਰ ਅੱਜ ਆਪ ਜੀ ਦੇ ਅੱਗੇ ਪੇਸ਼ ਕਰ ਰਹੀ ਹਾਂ। ਸਭ ਤੋਂ ਪਹਿਲਾਂ ਤਾਂ ਜਾਣਨਾ ਇਹ ਜ਼ਰੂਰੀ ਹੈ ਕਿ ਅਡੋਲਿਸੈਂਸ ਜਾਂ ਕਿਸ਼ੋਰ ਅਵਸਥਾ ਹੁੰਦੀ ਕੀ ਹੈ। WHO ਦੇ ਮੁਤਾਬਕ ਵਿਸ਼ਵ ਸਿਹਤ ਸੰਸਥਾ ਨੇ ਜੋ ਨਿਰਧਾਰਤ ਕੀਤਾ ਹੈ ਕਿ 10 ਤੋਂ 19 ਸਾਲ ਦੀ ਉਮਰ ਜੋ ਹੈ ਉਸ ਨੂੰ ਅਸੀਂ ਅਡੋਲਿਸੈਂਸ ਜਾਂ ਕਿਸ਼ੋਰ ਉਮਰ ਕਹਿੰਦੇ ਹਾਂ। ਇਹਦੇ ਅੱਗੋਂ ਆਪਾਂ 3 ਭਾਗ ਕੀਤੇ ਨੇ ਫॉर ਕਨਵੀਨੀਅੰਸ, ਭਾਵੇਂ ਇਨ ਕੰਟੀਨਿਊਟੀ ਹੀ ਹੈ। ਜੋ ਵੀ ਡਿਵੈਲਪਮੈਂਟ ਚੱਲਦੀ ਹੈ ਬੱਚਿਆਂ ਦੀ 10 ਤੋਂ 19 ਸਾਲ ਦੀ ਉਮਰ ਤੱਕ, ਸਰੀਰਕ ਹੋਏ ਜਾਂ ਮਾਨਸਿਕ ਹੋਏ ਜਾਂ ਭਾਵਨਾਤਮਕ ਹੋਏ, ਕਿਸੇ ਵੀ ਤਰ੍ਹਾਂ ਦੀ ਜੋ ਵੀ ਵਿਕਾਸ ਚੱਲਦਾ ਹੈ ਉਹ ਇੱਕ ਕੰਟੀਨਿਊਸ ਪ੍ਰੋਸੈਸ ਹੈ। ਪਰ ਇਸ ਨੂੰ ਸਮਝਣ ਵਾਸਤੇ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਮੁੱਢਲੀ ਕਿਸ਼ੋਰ ਅਵਸਥਾ, ਜਿਹੜੀ ਕਿ 10 ਤੋਂ 14 ਸਾਲ ਦੀ ਉਮਰ ਗਿਣੀ ਜਾਂਦੀ ਹੈ। ਫਿਰ ਆ ਜਾਂਦੀ ਹੈ ਵਿਚਕਾਰਲੀ ਜਾਂ ਮਿਡਲ, ਉਹ ਹੈ 15 ਤੋਂ 17 ਸਾਲ ਦੀ ਉਮਰ, ਅਤੇ ਅਖੀਰਲੀ ਹੈ 18 ਤੋਂ 19 ਸਾਲ ਦੀ ਉਮਰ। ਇਹਨਾਂ ਤਿੰਨੋਂ ਜੋ ਅਸੀਂ ਡਿਵੀਜ਼ਨਸ ਕੀਤੀਆਂ ਗਈਆਂ ਨੇ ਕਿਸ਼ੋਰ ਅਵਸਥਾ ਦੀਆਂ, ਇਹਦੇ ਵਿੱਚ ਦੇਖਭਾਲ ਥੋੜ੍ਹੀ ਇੱਕ ਦੂਜੇ ਨਾਲੋਂ ਵੱਖ ਹੁੰਦੀ ਹੈ। ਵੱਖ ਤਰੀਕਿਆਂ ਦੇ ਨਾਲ ਬੱਚਿਆਂ ਦੇ ਨਾਲ ਅਸੀਂ ਪੇਸ਼ ਆਉਣਾ ਹੁੰਦਾ ਹੈ। ਇਸ ਕਰਕੇ ਇਹਨਾਂ 3 ਅਵਸਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ। ਜੇ ਹੁਣ ਅਸੀਂ ਲਈਏ ਕਿ ਮੁੱਢਲੀ ਅਵਸਥਾ 10 ਤੋਂ 14 ਸਾਲ ਦੀ ਉਮਰ ਵਿੱਚ, ਦੇਖਭਾਲ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕੀ ਤਬਦੀਲੀਆਂ ਇਸ ਉਮਰ ਦੇ ਵਿੱਚ ਬੱਚੀ ਵਿੱਚ ਆਉਂਦੀਆਂ ਹਨ। ਇਸ ਉਮਰ ਦੇ ਵਿੱਚ ਬਹੁਤੀਆਂ ਜੋ ਹੈ ਨਾ ਸਰੀਰਕ ਤੌਰ 'ਤੇ ਤਬਦੀਲੀਆਂ ਹੁੰਦੀਆਂ ਨੇ। ਮਾਨਸਿਕ ਜਾਂ ਭਾਵਨਾਤਮਕ ਤੌਰ 'ਤੇ ਬੱਚਾ ਸਟੇਬਲ ਹੀ ਰਹਿੰਦਾ ਹੈ ਸਟਾਰਟਿੰਗ ਦੇ ਵਿੱਚ। ਇਸ ਉਮਰ ਦੇ ਵਿੱਚ ਕੱਦ ਵਧਣਾ ਸ਼ੁਰੂ ਹੋ ਜਾਂਦਾ ਹੈ, ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਾਡੀ ਦੀ ਲੁੱਕ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ। ਮਾਹਵਾਰੀ ਸ਼ੁਰੂ ਹੋਣ ਤੋਂ ਪਹਿਲਾਂ, ਜਿਸ ਨੂੰ ਅਸੀਂ ਮਿਨਾਰਕੀ ਕਹਿੰਦੇ ਹਾਂ, ਕੱਦ ਦੇ ਵਿੱਚ ਜਿਹੜਾ ਵਾਧਾ ਹੈ ਲਗਭਗ ਹਰ ਸਾਲ ਦੇ ਵਿੱਚ 3 ਤੋਂ 5 ਇੰਚ ਹੋਣਾ ਚਾਹੀਦਾ ਹੈ। ਅਤੇ ਭਾਰ ਵੀ ਜਿਹੜਾ ਹੈ ਉਸ ਤੋਂ ਪਹਿਲਾਂ ਜਿਹੜਾ ਥੋੜ੍ਹੀ ਜਿਹੀ ਜ਼ਿਆਦਾ ਸਪੀਡ ਦੇ ਨਾਲ ਵਧਣ ਲੱਗ ਜਾਂਦਾ ਹੈ। ਅਤੇ ਜਦੋਂ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ ਜਾਂ ਮਿਨਾਰਕੀ ਦੀ ਏਜ ਆ ਜਾਂਦੀ ਹੈ ਤਾਂ ਕੱਦ ਅਤੇ ਭਾਰ ਦਾ ਵਧਣਾ ਜਾਰੀ ਤਾਂ ਰਹਿੰਦਾ ਹੈ, ਪਰ ਉਸ ਦੀ ਸਪੀਡ ਜੋ ਹੈ ਸਲੋ ਹੋ ਜਾਂਦੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ 15 ਸਾਲ ਦੀ ਉਮਰ ਤੱਕ ਵਾਧਾ ਲਗਾਤਾਰ ਹੁੰਦਾ ਰਹਿੰਦਾ ਹੈ, ਉਸ ਤੋਂ ਬਾਅਦ ਉਹ ਘਟ ਜਾਂਦਾ ਹੈ। ਅਤੇ ਜਿਹੜਾ ਸਿਖਰ ਹੈ, ਜਿਵੇਂ ਕਿ ਬਹੁਤ ਜ਼ਿਆਦਾ ਇੱਕਦਮ ਬੱਚੀ ਪਹਿਲਾਂ ਛੋਟੀ ਜਿਹੀ ਲੱਗਦੀ ਹੈ ਅਤੇ ਇੱਕਦਮ ਵੱਡੀ ਲੱਗਣ ਲੱਗ ਜਾਂਦੀ ਹੈ, ਸਿਖਰ 12 ਸਾਲ ਦੀ ਉਮਰ ਉੱਤੇ ਆਉਂਦਾ ਹੈ। ਜੋ ਕੱਦ ਅਤੇ ਭਾਰ ਦਾ ਵਧਣਾ ਹੈ, ਸਪੀਡ ਹੈ ਇਸ ਦੀ ਜਾਂ ਕਿੰਨਾ ਵਧਣਾ ਹੈ, ਕੁਆਂਟੀਟੀ ਕਿੰਨੀ ਹੈ, ਇਸ ਦਾ ਕਿੰਨੇ ਮੈਜ਼ਰਮੈਂਟ ਦੇ ਹਿਸਾਬ ਨਾਲ ਹਾਈਟ ਵਧਣੀ ਹੈ, ਇਹ ਲਾਈਫ ਸਟਾਈਲ ਉੱਤੇ ਵੀ ਡਿਪੈਂਡ ਕਰਦਾ ਹੈ, ਬੱਚੀ ਦੀ ਖੁਰਾਕ ਉੱਤੇ ਵੀ ਡਿਪੈਂਡ ਕਰਦਾ ਹੈ ਅਤੇ ਜੀਨਸ ਉੱਤੇ ਵੀ ਡਿਪੈਂਡ ਕਰਦਾ ਹੈ। ਮੌਸਮ ਦਾ ਜਾਂ ਦੇਸ਼ ਦਾ ਇਹਦੇ ਉੱਤੇ ਕਾਲ ਦਾ ਕੋਈ ਇਹੋ ਜਿਹਾ ਅਸਰ ਨਹੀਂ ਹੁੰਦਾ। ਅਤੇ ਇਸ ਲਈ ਸਾਨੂੰ ਇਸ ਉਮਰ ਦੇ ਵਿੱਚ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਕਿ ਬੱਚੀ ਨੂੰ ਅਸੀਂ ਕਿਸ ਤਰ੍ਹਾਂ ਦੀ ਖੁਰਾਕ ਦੇਣੀ ਹੈ, ਉਸ ਦਾ ਲਾਈਫ ਸਟਾਈਲ ਕਿਹੋ ਜਿਹਾ ਹੋਣਾ ਚਾਹੀਦਾ ਹੈ। ਅਤੇ ਆਪਣਾ ਇਹ ਹੈ ਕਿ ਜਦੋਂ ਲਗਭਗ ਉਸ ਦੀ ਉਮਰ ਹੋ ਜਾਂਦੀ ਹੈ 11 ਸਾਲ ਜਾਂ ਥੋੜ੍ਹੀ ਉੱਪਰ ਥੱਲੇ, ਅਪਰੋਕਸੀਮੇਟਲੀ ਔਨ ਐਨ ਐਵਰੇਜ 11 ਸਾਲ, ਤਾਂ ਉਸ ਨੂੰ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ, ਜੋ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਐਕਸਪੀਰੀਅੰਸ ਹੁੰਦਾ ਹੈ ਅਤੇ ਉਸ ਨੂੰ ਇਸ ਦੇ ਬਾਰੇ ਜਾਣਕਾਰੀ ਸਾਨੂੰ ਦੇਣ ਦੀ ਲੋੜ ਹੁੰਦੀ ਹੈ। ਸ਼ੁਰੂ ਵਿੱਚ ਜੋ ਮਾਹਵਾਰੀ ਹੈ ਉਹ ਇਰੈਗੂਲਰ ਹੁੰਦੀ ਹੈ, ਅਨਿਯਮਿਤ ਹੁੰਦੀ ਹੈ। 6 ਮਹੀਨੇ ਜਾਂ ਸਾਲ ਦੇ ਵਾਸਤੇ ਇਸੇ ਤਰ੍ਹਾਂ ਹੀ ਰਹਿੰਦੀ ਹੈ, ਕਦੇ ਜਲਦੀ, ਕਦੇ ਜ਼ਿਆਦਾ, ਕਦੇ ਘੱਟ, ਕਦੇ ਵੱਧ, ਕਦੇ ਦੇਰ ਨਾਲ।
1 ਸਾਲ ਦੇ ਬਾਅਦ ਜਾ ਕੇ ਜੋ ਹੈ ਉਹ ਸਟੇਬਲ ਹੋ ਜਾਂਦਾ ਹੈ। ਤੋ ਇਹ ਜੋ 11 ਸਾਲ ਦੀ ਉਮਰ ਹੈ ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ, ਇਹਦੇ ਵਿੱਚ ਇਹ ਹੈ ਕਿ ਹਾਰਮੋਨ ਬਣਨੇ 11 ਸਾਲ ਦੀ ਉਮਰ ਵਿੱਚ ਸ਼ੁਰੂ ਹੋ ਜਾਂਦੇ ਨੇ ਅਤੇ ਅੰਦਰਲੇ ਅੰਗਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ, ਜਿਸ ਤਰ੍ਹਾਂ ਯੂਟਰਸ ਹੈ ਜਾਂ ਓਵਰੀਜ਼ ਹੈ, ਉਹਨਾਂ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਓਵਰੀਜ਼ ਦੇ ਵਿੱਚ ਫੋਲੀਕਲਸ ਬਣਨੇ, ਮੈਚਿਓਰ ਹੋਣੇ ਸ਼ੁਰੂ ਹੋ ਜਾਂਦੇ ਨੇ। ਬੰਦੇ ਤਾਂ ਪਹਿਲਾਂ ਹੀ ਹੁੰਦੇ ਨੇ, ਹੁੰਦੇ ਤਾਂ ਜਨਮ ਤੋਂ ਹੀ ਨੇ, ਪਰ ਮੈਚਿਓਰਿਟੀ ਉਹਨਾਂ ਦੀ ਸਟਾਰਟ ਹੋ ਜਾਂਦੀ ਹੈ। ਅਤੇ ਇਸੇ ਤਰ੍ਹਾਂ ਯੂਟਰਸ ਦੀ ਜਿਹੜੀ ਹੈਗੀ ਹੈ ਗਰੋਥ ਹੈ ਉਹ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ। ਅਤੇ ਆਪਣਾ ਉਹਨਾਂ ਦੀ ਰੇਸ਼ੋ ਜੋ ਹੁੰਦੀ ਹੈ ਯੂਟਰਸ ਅਤੇ ਸਰਵਿਕਸ ਦੀ 2:1 ਹੋ ਜਾਂਦੀ ਹੈ। ਜਦੋਂ ਉਸ ਵੇਲੇ ਫਿਰ ਪੀਰੀਅਡਸ ਜਿਹੜੇ ਨੇ ਉਹ ਸ਼ੁਰੂ ਹੋ ਜਾਂਦੇ ਆ ਜਾਂ ਮਾਹਵਾਰੀ ਸ਼ੁਰੂ ਹੋ ਜਾਂਦੀ ਹੈ, ਅਤੇ ਉਸ ਉਮਰ ਨੂੰ ਅਸੀਂ ਮੇਨਾਰਕੀ ਕਹਿੰਦੇ ਹਾਂ ਸਾਇੰਟੀਫਿਕ ਲੈਂਗੁਏਜ ਦੇ ਵਿੱਚ। ਬਾਕੀ ਇਸ ਉਮਰ ਵਿੱਚ ਜਦੋਂ ਮਤਲਬ ਹਾਰਮੋਨਸ ਬਣਦੇ ਨੇ, ਉਸ ਤੋਂ ਬਾਅਦ ਜਿਹੜੀਆਂ ਚੇਂਜਿਸ ਆਉਂਦੀਆਂ ਨੇ ਸਰੀਰਕ ਤੌਰ 'ਤੇ, ਉਹਦੇ ਵਿੱਚ ਹੈ ਆਵਾਜ਼ ਜੋ ਪਹਿਲਾਂ ਬੜੀ ਬੱਚੀਆਂ ਦੀ ਤਿੱਖੀ ਹੁੰਦੀ ਹੈ, ਬੜਾ ਤਿੱਖਾ ਬੋਲਦੀਆਂ ਨੇ, ਉੱਚਾ ਬੋਲਦੀਆਂ ਨੇ, ਉਹਨਾਂ ਦੀ ਆਵਾਜ਼ ਵਿੱਚ ਕੋਮਲਤਾ ਆਉਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜਿਹੜੀ ਚਮੜੀ ਪਹਿਲਾਂ ਕੋਮਲ ਹੁੰਦੀ ਹੈ ਉਹ ਹਾਰਡ ਹੋਣੀ ਸ਼ੁਰੂ ਹੋ ਜਾਂਦੀ ਹੈ। ਸੌਫਟਨੈਸ ਘਟਦੀ ਜਾਂਦੀ ਹੈ ਜਿਉਂ-ਜਿਉਂ ਬੱਚੀ ਵੱਡੀ ਹੁੰਦੀ ਹੈ। ਕੰਪਲੈਕਸ਼ਨ ਪਹਿਲਾਂ ਉਸਦਾ ਪਿੰਕਿਸ਼ ਹੁੰਦਾ ਹੈ ਅਤੇ ਹੌਲੀ ਹੌਲੀ ਉਹ ਜਿਹੜੀ ਪਿੰਕਿਸ਼ਨੈਸ ਹੈ ਉਹ ਘਟਦੀ ਜਾਂਦੀ ਹੈ। ਅਤੇ ਚਿਹਰੇ ਦੇ ਵਿੱਚ ਆਇਲ ਗਲੈਂਡਸ ਜਿਹੜੀਆਂ ਨੇ ਉਹ ਐਕਟਿਵ ਹੋ ਜਾਂਦੀਆਂ ਨੇ। ਆਇਲ ਗਲੈਂਡਸ ਐਕਟਿਵ ਹੋਣ ਦੇ ਨਾਲ ਚਿਹਰੇ ਦੇ ਉੱਤੇ ਪਿੰਪਲਸ ਆਉਣੇ ਸ਼ੁਰੂ ਹੋ ਜਾਂਦੇ ਨੇ। ਅਤੇ ਗਰੋਥ ਹਾਰਮੋਨਸ ਵਗੈਰਾ ਹੋਰ ਜਿਹੜੇ ਬਣਦੇ ਨੇ, ਉਸ ਦੇ ਨਾਲ ਕੀ ਹੁੰਦਾ ਹੈ ਕਿ ਹੱਥ ਪੈਰ ਸੁਡੌਲ ਹੋਣੇ ਸ਼ੁਰੂ ਹੋ ਜਾਂਦੇ ਨੇ। ਬਾਡੀ ਜਿਹੜੀ ਹੈ ਮੈਚੋਰਿਟੀ ਵੱਲ ਚਲੀ ਜਾਂਦੀ ਹੈ। ਫਿੰਗਰਸ ਦੀ ਬੈਕਸ ਦੇ ਉੱਤੇ ਥੋੜ੍ਹੇ ਥੋੜ੍ਹੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਇਸ ਉਮਰ ਦੇ ਵਿੱਚ ਥੋੜ੍ਹੇ ਜਿਹੇ ਐਂਡਰੋਜਨਸ ਵੀ ਬਣਦੇ ਹਨ। ਇਹ ਸੀਗੀ ਪਹਿਲੀ ਅਵਸਥਾ। ਜੋ ਦੂਜੀ ਅਵਸਥਾ ਹੈ 15 ਵਿਚਕਾਰਲੀ, ਜਿਸ ਨੂੰ ਅਸੀਂ ਕਹਿੰਦੇ ਹਾਂ ਮਿਡਲ ਸਟੇਜ, 15 ਸਾਲ ਦੀ ਉਮਰ ਦੇ ਵਿੱਚ ਲਗਭਗ ਸ਼ੁਰੂ ਹੁੰਦੀ ਹੈ। ਭਾਵੇਂ ਕਿ ਇਹ ਟ੍ਰਾਂਜੀਸ਼ਨ ਹੈ, ਇਹ ਨਹੀਂ ਹੈਗਾ ਕਿ 15 ਸਾਲ ਦੀ ਹੋਈ ਅਤੇ ਇੱਕਦਮ ਤੀਜੀ ਵਿਚਲੀ ਅਵਸਥਾ ਸ਼ੁਰੂ ਹੋ ਗਈ। ਦਿਸ ਇਜ਼ ਟ੍ਰਾਂਜੀਸ਼ਨ ਫਰੋਮ ਫਸਟ ਟੂ ਸੈਕਿੰਡ ਸਟੇਜ, ਦਿਸ ਟੇਕਸ ਸਮ ਟਾਈਮ। ਤਾਂ ਜਦੋਂ ਵਿਚਕਾਰਲੀ ਅਵਸਥਾ ਹੁੰਦੀ ਹੈ, ਜਿਹਦੇ 'ਚ ਅਸੀਂ ਔਨ ਐਨ ਐਵਰੇਜ ਕਹਿੰਦੇ ਹਾਂ ਕਿ 15 ਸਾਲ ਦੀ ਉਮਰ ਦੇ ਵਿੱਚ ਹੁੰਦੀ ਹੈ, ਉਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਬੱਚੀਆਂ ਜੋ ਹੈਗੀਆਂ ਨੇ ਇਹਨਾਂ ਦੇ ਵਿੱਚ ਮਾਨਸਿਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਮਾਨਸਿਕ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹ ਸੋਸ਼ਲੀ ਜ਼ਿਆਦਾ ਐਕਟਿਵ ਹੋ ਜਾਂਦੀਆਂ ਨੇ। ਸਮਾਜਿਕ ਤੌਰ 'ਤੇ ਇੱਕ ਦੂਜੇ ਨਾਲ ਮੇਲ ਜੋਲ ਉਹਨਾਂ ਨੂੰ ਕਰਨਾ ਚੰਗਾ ਲੱਗਦਾ ਹੈ। ਆਪਣੀਆਂ ਸਹੇਲੀਆਂ ਨੂੰ ਮਿਲਣਾ ਉਹਨਾਂ ਨੂੰ ਚੰਗਾ ਲੱਗਦਾ ਹੈ। ਅਤੇ ਨਾਲ ਹੀ ਜਿਹੜੀ ਇੱਕ ਗੱਲ ਹੁੰਦੀ ਹੈ ਕਿ ਉਹਨਾਂ ਦੇ ਅੰਦਰ ਆਪਣੀ ਸੈਲਫ ਰਿਸਪੈਕਟ ਪੈਦਾ ਹੋ ਜਾਂਦੀ ਹੈ। ਉਹ ਰੋਬ ਨਹੀਂ ਸਹਿੰਦੀਆਂ। ਉਹ ਸੋਚਦੀਆਂ ਨੇ ਕਿ ਅਸੀਂ ਹੁਣ ਵੱਡੀਆਂ ਹੋ ਗਈਆਂ ਵਾਂ ਅਤੇ ਸਾਨੂੰ ਕੋਈ ਕੁਝ ਨਾ ਕਵੇ। ਅਤੇ ਮਾਂ-ਬਾਪ ਨੂੰ ਆਦਤ ਹੁੰਦੀ ਹੈ ਟੋਕਣ ਦੀ। ਛੋਟੀ ਬੱਚੀ ਹੁੰਦੀ ਹੈ, ਉਹਨੂੰ ਤੁਰਨਾ ਵੀ ਸਿਖਾਉਣਾ ਹੁੰਦਾ ਹੈ, ਖਾਣਾ ਵੀ ਸਿਖਾਉਣਾ ਹੈ। ਹਰ ਵੇਲੇ ਉਹਦੀਆਂ ਗਲਤੀਆਂ ਨੂੰ ਅਸੀਂ ਪੁਆਇੰਟ ਆਊਟ ਕਰਦੇ ਹਾਂ ਅਤੇ ਪਹਿਲਾਂ ਤਾਂ ਉਹ ਮਾਈਂਡ ਨਹੀਂ ਕਰਦੀ, ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਉਹ ਬੱਚੀ ਹੈ। ਅਤੇ ਹੁਣ ਇਹ ਅਵਸਥਾ ਹੈ, ਨਾ ਉਹ ਬੱਚੀ ਹੈ ਨਾ ਉਹ ਵੱਡੀ ਹੈ, ਪਰ ਉਹ ਆਪਣੇ ਆਪ ਨੂੰ ਵੱਡੀ ਸਮਝਦੀ ਹੈ। ਅਤੇ ਉਹਦੇ ਮਨ ਦੇ ਅੰਦਰ ਸੈਲਫ ਰਿਸਪੈਕਟ ਪੈਦਾ ਹੋ ਜਾਂਦੀ ਹੈ ਅਤੇ ਉਹ ਨਹੀਂ ਚਾਹੁੰਦੀ ਕਿ ਉਹਨੂੰ ਬਹੁਤਾ ਟੋਕਿਆ ਜਾਵੇ। ਅਤੇ ਜੇ ਉਹਨੂੰ ਕੁਝ ਕਿਹਾ ਜਾਂਦਾ ਹੈ ਤਾਂ ਉਹ ਮਾਂ-ਬਾਪ ਨੂੰ ਪਰੇਸ਼ਾਨ ਕਰਦੀ। ਕਈ ਵਾਰੀ ਜਾਣ ਬੁੱਝ ਕੇ ਵੀ ਇਸ ਸਟੇਜ ਦੇ ਉੱਤੇ ਬੱਚੀਆਂ ਗਲਤ ਕੰਮ ਕਰਦੀਆਂ ਨੇ ਤਾਂ ਕਿ ਉਹ ਆਪਣੇ ਮਾਂ-ਬਾਪ ਜਾਂ ਅਧਿਆਪਕਾਂ ਨੂੰ ਪਰੇਸ਼ਾਨ ਕਰ ਸਕਣ, ਕਿਉਂਕਿ ਉਹ ਰੋਬ ਨਹੀਂ ਸਹਿੰਦੀਆਂ ਅਤੇ ਇੱਕ ਕਿਸਮ ਨਾਲ ਇਹ ਰਿਵੋਲਟ ਕਰਦੀਆਂ ਨੇ। ਐਕਸ਼ਨ ਦੇ ਅੱਗੇ ਰਿਐਕਸ਼ਨ ਹੁੰਦਾ ਹੈ। ਇਸ ਕਰਕੇ ਇਹ ਜਾਣ ਬੁੱਝ ਕੇ ਵੀ ਕਰ ਸਕਦੀਆਂ ਨੇ ਇਸ ਸਟੇਜ ਦੇ ਉੱਤੇ। ਅਤੇ ਇਸ ਲਈ ਤੁਸੀਂ ਇਸ ਨੂੰ ਮਾਈਂਡ ਨਹੀਂ ਕਰਨਾ। ਜੇ ਬੱਚੀ ਕੁਝ ਇਸ ਤਰ੍ਹਾਂ ਬਿਹੇਵ ਕਰਦੀ ਹੈ, ਹੌਲੀ ਹੌਲੀ ਉਹਦੇ 'ਚ ਮੈਚੋਰਿਟੀ ਆ ਜਾਂਦੀ ਹੈ ਅਤੇ ਫਿਰ ਆਪਣੇ ਆਪ ਹੀ ਉਹ ਫਿਰ ਠੀਕ ਹੋ ਜਾਂਦੀ ਹੈ। ਸਮਝਾਉਣਾ ਤਾਂ ਆਪਾਂ ਨੇ ਹੈ, ਲੇਕਿਨ ਆਪਾਂ ਨੂੰ ਮਤਲਬ ਇਸ ਚੀਜ਼ ਦਾ ਬੁਰਾ ਨਹੀਂ ਮਨਾਉਣਾ ਚਾਹੀਦਾ, ਕਿਉਂਕਿ ਇਹ ਇੱਕ ਨੋਰਮਲ ਸੁਭਾਵਕ ਜਿਹੀ ਚੇਂਜ ਹੈ ਜਿਹੜੀ ਕਿ ਸਭ ਬੱਚੀਆਂ ਵਿੱਚ ਆਉਂਦੀ ਹੈ। ਸਰਕਮਸਟੈਂਸਿਸ ਦਾ ਮਾਹੌਲ, ਫੈਮਿਲੀ ਦਾ ਮਾਹੌਲ, ਉਸਦੀ ਬੇਸਿਕ ਡਿਵੈਲਪਮੈਂਟ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਸ ਦੇ ਵਿੱਚ ਇਹੋ ਜਿਹੇ ਸੁਭਾਅ ਦੇ ਵਿੱਚ ਤਬਦੀਲੀਆਂ ਇਹੋ ਜਿਹੀਆਂ ਕਿੰਨੀਆਂ ਕੁ ਆਉਣਗੀਆਂ, ਪਰ ਆਉਣੀਆਂ ਸਭ ਵਿੱਚ ਹੀ ਹਨ। ਇਸ ਕਰਕੇ ਤੁਹਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ ਹੈ ਕਿ ਦਿਸ ਇਜ਼ ਨੋਰਮਲ ਅਤੇ ਤੁਸੀਂ ਇਰੀਟੇਟ ਨਾ ਹੋਵੋ। ਅਤੇ ਹੁਣ ਜਿਹੜੀ ਆ ਜਾਂਦੀ ਹੈ ਤੀਜੀ ਅਵਸਥਾ 17 ਤੋਂ 19 ਸਾਲ ਦੀ, ਉਹਨੂੰ ਅਸੀਂ ਥਰਡ ਸਟੇਜ ਕਹਿੰਦੇ ਹਾਂ ਜਾਂ ਅਖੀਰਲੀ ਸਟੇਜ, ਲਾਸਟ ਸਟੇਜ। ਇਸ ਤੋਂ ਬਾਅਦ ਫਿਰ ਬੱਚਾ ਐਡਲਟ ਹੋ ਜਾਂਦਾ ਹੈ 19 ਸਾਲ ਤੋਂ ਬਾਅਦ। ਇਸ ਦੇ ਵਿੱਚ ਜਿਹੜੀ ਤਬਦੀਲੀਆਂ ਆਉਂਦੀਆਂ ਨੇ ਉਹਦੇ 'ਚ ਇਹ ਆਉਂਦਾ ਹੈ ਕਿ ਉਸ ਦੀ ਮਨੋਦਸ਼ਾ ਜਾਂ ਉਸ ਦੀ ਸਾਈਕੋਲੋਜੀਕਲ ਸਟੇਟ ਜੋ ਹੈ ਅਨਸਟੇਬਲ ਹੋ ਜਾਂਦੀ ਹੈ। ਕਦੇ ਉਸ ਨੂੰ ਗੁੱਸਾ ਚੜ੍ਹਦਾ ਹੈ, ਕਦੇ ਉਹਨੂੰ ਪਿਆਰ ਆਉਂਦਾ ਹੈ, ਕਦੇ ਉਹ ਅੱਛੇ ਬਿਹੇਵ ਕਰਦੀ ਹੈ, ਕਦੇ ਬੁਰਾ ਬਿਹੇਵ ਕਰਦੀ ਹੈ।
ਤੇ ਇਸ ਦੇ ਵਿੱਚ ਉਹਨਾਂ ਨੂੰ ਅਸ਼ਲੀਲ ਸਾਹਿਤ ਵਿੱਚ ਵੀ ਇੰਟਰਸਟ ਹੋ ਜਾਂਦਾ ਹੈ, ਪਿਕਚਰਾਂ ਵਿੱਚ ਵੀ ਇੰਟਰਸਟ ਹੁੰਦਾ ਹੈ, ਆਪਣੇ ਪੀਅਰ ਗਰੁੱਪ ਵਿੱਚ ਉਹਨੂੰ ਜ਼ਿਆਦਾ ਇੰਟਰਸਟ ਹੁੰਦਾ ਪੇਰੈਂਟਸ ਨਾਲੋਂ, ਤੇ ਆਪਣੇ ਪੀਅਰ ਗਰੁੱਪ ਦੇ ਜਿਹੜੇ ਆਪਣੀ ਉਮਰ ਦੇ ਹਮ ਉਮਰ ਦੇ ਬੱਚਿਆਂ ਦੀਆਂ ਗੱਲਾਂ ਦਾ ਜ਼ਿਆਦਾ ਅਸਰ ਕਬੂਲਦੀਆਂ ਨੇ। ਪੇਰੈਂਟਸ ਦੀ ਗੱਲ ਨਹੀਂ ਮੰਨਦੀਆਂ, ਟੀਚਰਸ ਦੀ ਨਹੀਂ ਮੰਨਦੀਆਂ, ਡਿਸਿਪਲਿਨ ਵਿੱਚ ਰਹਿਣਾ ਵੀ ਪਸੰਦ ਨਹੀਂ ਕਰਦੀਆਂ। ਤੇ ਇਸ ਉਮਰ ਦੇ ਵਿੱਚ ਖਾਸ ਤੌਰ 'ਤੇ ਦੇਖਭਾਲ ਦੀ ਲੋੜ ਹੈ। ਜੇ ਅਸੀਂ ਬੱਚਿਆਂ ਦੇ ਉੱਤੇ ਨਿਗਰਾਨੀ ਨਹੀਂ ਰੱਖਦੇ ਤਾਂ ਫਿਰ ਉਹ ਗਲਤ ਪਾਸੇ ਵੀ ਜਾ ਸਕਦੀਆਂ ਨੇ, ਅਤੇ ਜਦੋਂ ਗਲਤ ਪਾਸੇ ਜਾਣ ਦੇ ਨਾਲ ਨਤੀਜੇ ਗਲਤ ਨਿਕਲਦੇ ਨੇ ਤਾਂ ਉਹ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਵੀ ਹੋ ਸਕਦੀਆਂ ਨੇ। ਇਸ ਕਰਕੇ ਇਹਨਾਂ 3 ਅਵਸਥਾਵਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਹਰ ਅਵਸਥਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਨਾਲ ਬੱਚੇ ਨੂੰ ਗਾਈਡੈਂਸ ਦੀ ਲੋੜ ਹੁੰਦੀ ਹੈ, ਅਤੇ ਉਸ ਤਰੀਕੇ ਦੇ ਨਾਲ ਜੇ ਸਾਨੂੰ ਪੇਰੈਂਟਸ ਨੂੰ, ਟੀਚਰਸ ਨੂੰ, ਡਾਕਟਰਸ ਨੂੰ, ਐਲਡਰਸ ਨੂੰ ਜਦੋਂ ਇਸ ਚੀਜ਼ ਦਾ ਪਤਾ ਹੋਏਗਾ ਤਾਂ ਹੀ ਉਹ ਬੱਚਿਆਂ ਦੀ ਪ੍ਰੋਪਰ ਦੇਖਭਾਲ ਕਰ ਸਕਣਗੇ ਅਤੇ ਪ੍ਰੋਪਰ ਗਾਈਡੈਂਸ ਦੇ ਸਕਣਗੇ। ਸਾਡਾ ਟੀਚਾ ਹੈ ਕਿ ਬੱਚੀ ਜੋ ਹੈ ਇੱਕ ਬਹੁਤ ਰਿਸਪੋਂਸੀਬਲ ਸਿਟੀਜ਼ਨ ਬਣੇ। ਇਹ ਉਹਦੀ ਉਮਰ ਜਿਹੜੀ ਹੈ ਟ੍ਰਾਂਜੀਸ਼ਨਲ ਸਟੇਜ ਹੈ ਬਿਟਵੀਨ ਚਾਈਲਡਹੁੱਡ ਐਂਡ ਅਡਲਟਹੁੱਡ, ਅਤੇ ਇਸ ਉਮਰ ਦੇ ਵਿੱਚ ਜ਼ਰਾ ਕੁ ਵੀ ਸਾਡੇ ਕੋਲੋਂ ਕੋਈ ਗਾਈਡੈਂਸ ਦੇਣ ਦੇ ਵਿੱਚ ਜਾਂ ਉਹਦੀ ਦੇਖਭਾਲ ਦੇ ਵਿੱਚ ਗਲਤੀ ਹੋ ਗਈ ਤਾਂ ਕਈ ਵਾਰੀ ਨਤੀਜੇ ਜਿਹੜੇ ਨੇ ਉਹ ਭਿਅੰਕਰ ਵੀ ਨਿਕਲ ਸਕਦੇ ਨੇ। ਅਤੇ ਇਸ ਉਮਰ ਦੇ ਵਿੱਚ ਸਾਨੂੰ ਉਹਨਾਂ ਦੀ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ, ਉਹਨਾਂ ਦੀ ਪੜ੍ਹਾਈ ਦਾ, ਲਾਈਫ ਸਟਾਈਲ ਦਾ, ਓਵਰਆਲ ਡਿਵੈਲਪਮੈਂਟ, ਹਰੇਕ ਚੀਜ਼ ਦੇ ਵਿੱਚ ਗਾਈਡੈਂਸ ਦੀ ਲੋੜ ਹੁੰਦੀ ਹੈ। ਤਾਂ ਹੀ ਜੇ ਉਹਨੂੰ ਠੀਕ ਗਾਈਡੈਂਸ ਮਿਲੇ, ਠੀਕ ਦੇਖਭਾਲ ਹੋਏ ਤਾਂ ਉਸ ਦਾ ਵਿਅਕਤੀਤਵ ਅੱਛੀ ਤਰ੍ਹਾਂ ਨਾਲ ਨਿਖਰ ਕੇ ਸਾਹਮਣੇ ਆਵੇਗਾ। ਤਾਂ ਇਹ ਸੀ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦੀ ਸੀ ਕਿ ਪੇਰੈਂਟਸ ਨੂੰ ਜਾਂ ਐਲਡਰਸ ਨੂੰ ਇਸ ਚੀਜ਼ ਦੀ ਨੌਲੇਜ ਹੋਏਗੀ ਤਾਂ ਆਪਣੀ ਬੱਚਿਆਂ ਦੀ ਪ੍ਰੋਪਰ ਦੇਖਭਾਲ ਕਰ ਸਕਣਗੇ। ਅਤੇ ਕਈ ਪੇਰੈਂਟਸ ਨੂੰ ਕਿਊਰੀਓਸਿਟੀ ਹੁੰਦੀ ਆ, ਉਹ ਪੁੱਛਦੇ ਨੇ ਕਿ ਇਹ ਕਿਉਂ ਚੇਂਜਸ ਇੱਦਾਂ ਆਉਂਦੀਆਂ ਨੇ, ਕੀ ਸਾਡੀ ਬੋਡੀ ਦੇ ਵਿੱਚ ਕੀ ਚੀਜ਼ ਐਸੀ ਬਣਦੀ ਹੈ ਕਿ ਉਹ ਇੱਕ ਬੱਚਾ ਜੋ ਹੈ ਇਸ ਤਰ੍ਹਾਂ ਵੱਡਾ ਬਣ ਜਾਂਦਾ ਹੈ। ਅਤੇ ਉਹਨਾਂ ਪੇਰੈਂਟਸ ਦੀ ਕਿਊਰੀਓਸਿਟੀ ਵਾਸਤੇ ਮੈਂ ਦੱਸ ਰਹੀ ਹਾਂ ਕਿ ਜਦੋਂ ਸਰੀਰਕ ਵਿਕਾਸ ਸ਼ੁਰੂ ਹੁੰਦਾ ਹੈ ਤਾਂ ਬੱਚੇ ਤੋਂ ਜਦੋਂ ਉਹਨੇ ਐਡੋਲੀਸੈਂਸ ਵੱਲ ਜਾਣਾ ਹੈ ਅਤੇ ਜਿਹੜੇ ਬਾਡੀ ਵਿੱਚ ਹਾਰਮੋਨਸ ਬਣਦੇ ਨੇ ਉਹ ਦਿਮਾਗ ਤੋਂ ਹਾਰਮੋਨਸ ਬਣਦੇ ਨੇ, ਦਿਮਾਗ ਐਕਟਿਵ ਹੋ ਜਾਂਦਾ ਹੈ ਲਗਭਗ 11 ਸਾਲ ਦੀ ਉਮਰ ਉੱਤੇ। ਅਤੇ ਜਿਹੜੇ ਹਾਰਮੋਨਸ ਬਣਦੇ ਨੇ ਉਹਨਾਂ ਵਿੱਚ ਗਰੋਥ ਹਾਰਮੋਨ ਬਣਦਾ ਹੈ, ਇੰਸੂਲਿਨ ਲਾਈਕ ਫੈਕਟਰਸ ਬਣਦੇ ਨੇ, ਥਾਇਰਾਇਡ ਹਾਰਮੋਨ ਬਣਨੇ ਇੱਕਦਮ ਸ਼ੁਰੂ ਹੁੰਦੇ ਨੇ। ਇਹਨਾਂ ਦੇ ਨਾਲ ਸਮੁੱਚਾ ਜੋ ਸਰੀਰਕ ਵਿਕਾਸ ਜਿਹੜਾ ਮੈਂ ਕੱਦ ਅਤੇ ਭਾਰ, ਸਕਿਨ ਦਾ ਹੋਰ ਸਾਰਾ ਦੱਸਿਆ ਇਹਨਾਂ ਹਾਰਮੋਨਸ ਕਰਕੇ ਹੁੰਦਾ ਹੈ। ਅਤੇ ਜਿਹੜੀ ਉਹਨਾਂ ਦੇ ਵਿੱਚ ਕੱਦ ਦੀ ਚੇਂਜ ਆਉਂਦੀ ਹੈ ਅਤੇ ਜਿਹੜੇ ਹੇਅਰ ਗਰੋਥ ਐਗਜ਼ੀਲਾ 'ਚ ਆਉਂਦੇ ਨੇ ਜਾਂ ਪੈਲਵਿਸ 'ਤੇ ਆਉਣੇ ਸ਼ੁਰੂ ਹੁੰਦੇ ਨੇ ਉਹ ਐਂਡਰੋਜਨਸ ਕਰਕੇ ਹੁੰਦੇ ਨੇ। ਇਸ ਉਮਰ ਵਿੱਚ ਥੋੜ੍ਹੀ ਜਿਹੀ ਅਮਾਊਂਟ ਦੇ ਵਿੱਚ ਐਂਡਰੋਜਨਸ ਵੀ ਬਣਦੇ ਨੇ। ਅਤੇ ਆਪਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਨੇ ਵੀ ਕਿਹਾ ਹੈ ਕਿ ਹਰ ਸਰੀਰ ਦੇ ਵਿੱਚ ਮਤਲਬ ਨਰ ਅਤੇ ਜੋ ਔਰਤ ਦੋਨਾਂ ਦੀ ਮਤਲਬ ਗੁਣ ਹੁੰਦੇ ਨੇ। ਉਹ ਤਾਂ ਮਾਨਸਿਕ ਗੁਣ ਉਹਨਾਂ ਨੇ ਦੱਸੇ ਨੇ ਕਿ ਇਟ ਇਜ਼ ਅ ਕੰਬੀਨੇਸ਼ਨ ਆਫ ਮੇਲ ਐਂਡ ਫੀਮੇਲ। ਇਸੀ ਤਰ੍ਹਾਂ ਜੋ ਹਾਰਮੋਨਸ ਬਣਦੇ ਨੇ ਬਾਡੀ ਦੇ ਵਿੱਚ ਉਹ ਵੀ ਬਹੁਤ ਹਾਰਮੋਨਸ ਬਣਦੇ ਨੇ, ਮੇਲ ਦੇ ਵਿੱਚ ਵੀ ਅਤੇ ਫੀਮੇਲ ਦੇ ਵਿੱਚ ਵੀ। ਓਨਲੀ ਥਿੰਗ ਇਜ਼ ਰੇਸ਼ੋ। ਜੋ ਐਂਡਰੋਜਨਸ ਨੇ ਉਹ ਮੇਲ ਹਾਰਮੋਨਸ ਕਹੇ ਜਾਂਦੇ ਨੇ, ਐਕਚੁਅਲੀ ਇਹਨਾਂ ਦਾ ਨਾਮ ਐਂਡਰੋਜਨ ਹੈ। ਦੇ ਆਰ ਨਾਟ ਮੇਲ ਹਾਰਮੋਨਸ, ਦੇ ਆਰ ਪ੍ਰੋਡਿਊਸਡ ਬੋਥ ਇਨ ਮੇਲ ਐਂਡ ਫੀਮੇਲਸ ਬਟ the quantity in females is very less than males। ਇਸੀ ਤਰ੍ਹਾਂ ਬਾਕੀ ਦੇ ਜਿਹੜੇ ਈਸਟਰੋਜਨਸ ਵਗੈਰਾ ਨੇ ਉਹ ਮੇਲਸ ਵਿੱਚ ਬਣਦੇ ਨੇ ਅਤੇ ਬਹੁਤ ਘੱਟ ਬਣਦੇ ਨੇ। ਇਸ ਕਰਕੇ ਜੇ ਇਹ ਐਂਡਰੋਜਨਸ ਜਿਹੜੇ ਜਿਨ੍ਹਾਂ ਨੂੰ ਆਮ ਲਫ਼ਜ਼ਾਂ ਵਿੱਚ ਅਸੀਂ ਮੇਲ ਹਾਰਮੋਨਸ ਕਹਿ ਦਿੰਦੇ ਹਾਂ, ਜਿਹੜੇ ਉਹ ਥੋੜ੍ਹੀ ਜਿਹੀ ਅਮਾਊਂਟ ਵਿੱਚ ਬਣਦੇ ਨੇ, ਉਹ ਜ਼ਰੂਰੀ ਹੁੰਦੇ ਨੇ ਤਾਂ ਕਿ ਬੱਚੀ ਦਾ ਕੱਦ ਵੀ ਅੱਛਾ ਨਿਕਲੇ ਅਤੇ ਉਸਦੇ ਹੇਅਰ ਗਰੋਥ ਅੱਛੀ ਹੋਏ ਅਤੇ ਉਸਦੇ ਮਸਕੂਲਰ ਡਿਵੈਲਪਮੈਂਟ ਵੀ ਪ੍ਰੋਪਰ ਹੋਏ। ਜਦੋਂ ਓਵਰੀ ਤੋਂ ਹਾਰਮੋਨਸ ਬਣਦੇ ਨੇ ਇਹ ਤਾਂ ਸੀ ਦਿਮਾਗ ਤੋਂ, ਇਹਦੇ ਨਾਲ ਸਮੁੱਚਾ ਸਰੀਰਕ ਵਿਕਾਸ ਅਤੇ ਬਾਕੀ ਜੋ ਤੁਹਾਨੂੰ ਦੱਸਿਆ ਕੱਦ ਅਤੇ ਵਾਲਾਂ ਦੀ ਗਰੋਥ ਹੁੰਦੀ ਹੈ। ਅਤੇ ਜਿਹੜੀ ਓਵਰੀ 'ਚੋਂ ਹਾਰਮੋਨਸ ਬਣਨੇ ਸ਼ੁਰੂ ਹੋ ਜਾਂਦੇ ਨੇ, ਓਵਰੀਜ਼ ਵੀ ਮੈਚਿਓਰ ਹੁੰਦੀਆਂ ਨੇ ਬਿਕੋਜ਼ ਆਫ ਹਾਰਮੋਨਸ ਪ੍ਰੋਡਿਊਸਡ ਫਰੋਮ ਦਾ ਬ੍ਰੇਨ। ਓਵਰੀਜ਼ ਫਿਰ ਸਟੀਮੂਲੇਟ ਹੁੰਦੀਆਂ ਨੇ ਅਤੇ ਉਹ ਹਾਰਮੋਨਸ ਬਣਾਉਣੇ ਸ਼ੁਰੂ ਕਰਦੀਆਂ ਨੇ, ਜਿਹਦੇ ਨਾਲ ਕਿ ਫਿਰ ਉਸ ਤੋਂ ਬਾਅਦ ਮਾਹਵਾਰੀ ਆਉਣੀ ਸ਼ੁਰੂ ਹੁੰਦੀ ਹੈ ਅਤੇ ਜਿਹੜੀ ਸਾਡੀਆਂ ਲਿੰਗਕ ਚੇਂਜਿਸ ਜਿਹੜੀਆਂ ਨੇ ਉਹ ਸ਼ੁਰੂ ਹੁੰਦੀਆਂ ਨੇ। ਇਸੇ ਕਰਕੇ ਹੀ ਜੋ ਆਪਾਂ ਕਿਸ਼ੋਰ ਅਵਸਥਾ ਲੈਂਦੇ ਹਾਂ ਉਹਦੇ ਵਿੱਚ ਲਗਭਗ ਕਹਿੰਦੇ ਹਾਂ ਕਿ 11-12 ਸਾਲ ਦੀ ਉਮਰ ਦੇ ਵਿੱਚ ਮਾਹਵਾਰੀ ਆਉਣੀ ਸ਼ੁਰੂ ਹੁੰਦੀ ਹੈ, ਪਰ ਚੇਂਜਿਸ ਜੋ ਹੈਗੀਆਂ ਨੇ ਉਹ ਲਗਭਗ 9-10 ਸਾਲ ਤੋਂ ਸ਼ੁਰੂ ਹੋ ਜਾਂਦੀਆਂ ਨੇ। ਬ੍ਰੇਨ ਜੋ ਹਾਰਮੋਨਸ ਬਣਾਉਣੇ ਸ਼ੁਰੂ ਕਰਦਾ ਉਹ 6 ਸਾਲ ਦੀ ਉਮਰ ਤੋਂ ਬਾਅਦ ਸ਼ੁਰੂ ਕਰ ਦਿੰਦਾ। ਹੌਲੀ ਹੌਲੀ
ਫਿਰ ਉਹਦਾ ਵੱਧਦੀ ਜਾਂਦੀ ਹੈ ਅਤੇ 10 ਕੁ ਸਾਲ ਦੀ ਉਮਰ 'ਤੇ ਸਰੀਰਕ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਚੇਂਜਿਸ ਆਉਣੀਆਂ ਸ਼ੁਰੂ ਹੋ ਜਾਂਦੀਆਂ। 11-12 ਸਾਲ ਦੀ ਉਮਰ 'ਤੇ ਜਾ ਕੇ ਫਿਰ ਮਾਹਵਾਰੀ ਆਉਣੀ ਸ਼ੁਰੂ ਹੋ ਜਾਂਦੀ ਹੈ। 1 ਸਾਲ ਤੱਕ ਉਹ ਇਰੈਗੂਲਰ ਰਹਿੰਦੀ ਹੈ, ਫਿਰ ਬਾਡੀ ਸਟੇਬਲ ਹੋ ਜਾਂਦੀ ਹੈ, ਰੈਗੂਲਰ ਆਉਣੇ ਸ਼ੁਰੂ ਹੋ ਜਾਂਦੇ ਨੇ। ਫਿਰ ਉਸ ਦੀ ਭਾਵਨਾਤਮਕ ਚੇਂਜਿਸ ਆਉਂਦੀਆਂ ਨੇ, ਮਾਨਸਿਕ ਚੇਂਜਿਸ ਆਉਂਦੀਆਂ ਨੇ, ਅਤੇ ਲਾਸਟ ਵਿੱਚ ਜਾ ਕੇ ਜਿਹੜਾ ਐਂਡ ਦਾ ਸਟੇਜ ਹੈਗਾ, ਜਿਹੜੀ ਤੀਸਰੀ ਅਵਸਥਾ ਹੈਗੀ ਆ, ਉਸ ਦੇ ਵਿੱਚ ਜਿਹੜਾ ਉਹ ਬੱਚੀ ਜ਼ਿਆਦਾ ਮੈਚਿਓਰ ਹੋ ਜਾਂਦੀ ਹੈ ਅਤੇ ਅਸ਼ਲੀਲ ਸਾਹਿਤ ਵੱਲ ਉਸ ਦੀ ਰੁਚੀ ਜਿਹੜੀ ਮੈਂ ਦੱਸਿਆ ਵੱਧਦੀ ਹੈ ਅਤੇ ਉਹ ਗਲਤ ਪਾਸੇ ਵੱਲ ਜਾਣ ਦੀ ਉਹਦੀ ਵੀ ਸੰਭਾਵਨਾ ਹੋ ਸਕਦੀ ਹੈ। ਇਸ ਕਰਕੇ ਮਤਲਬ 10 ਤੋਂ ਜਿਹੜੀ 19 ਸਾਲ ਦਾ ਪਰਿਵਰਤਨ ਦੌਰ ਹੈ, ਜਿਸ ਨੂੰ ਅਸੀਂ ਅਡੋਲੀਸੈਂਸ ਕਹਿੰਦੇ ਹਾਂ ਜਾਂ ਕਿਸ਼ੋਰ ਅਵਸਥਾ ਕਹਿੰਦੇ ਹਾਂ, ਇਸ ਦੇ ਵਿੱਚ ਖਾਸ ਦੇਖਭਾਲ ਦੀ ਲੋੜ ਹੈ। ਆਸ ਹੈ ਕਿ ਜੋ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਇਹ ਤੁਹਾਨੂੰ ਲਾਹੇਵੰਦ ਸਾਬਤ ਹੋਏਗੀ ਅਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਕਿਸ਼ੋਰ ਅਵਸਥਾ ਬਾਰੇ ਹੀ ਇੱਕ ਹੋਰ ਐਪੀਸੋਡ ਦੇ ਵਿੱਚ ਅੱਗੋਂ ਦੱਸਾਂਗੀ ਕਿ ਆਪਾਂ ਕਿਸ ਤਰ੍ਹਾਂ ਨਾਲ ਅੱਗੋਂ ਇਹਨਾਂ ਬੱਚੀਆਂ ਨੂੰ ਓਨਲੀ ਫॉर ਗਰਲਸ ਨਾਟ ਫॉर ਬॉयਜ਼, ਆਈ ਐਮ ਏ ਗਾਇਨੋਕੋਲੋਜਿਸਟ, ਅਤੇ ਮੈਂ ਬੱਚੀਆਂ ਦੇ ਬਾਰੇ ਹੀ ਤੁਹਾਨੂੰ ਜਾਣਕਾਰੀ ਅੱਗੋਂ ਇੱਕ ਹੋਰ ਐਪੀਸੋਡ ਵਿੱਚ ਦਿਆਂਗੀ। ਥੈਂਕ ਯੂ। ਭੁੱਲਾਂ ਚੱਕਾਂ ਦੇਖੀ।